ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ A1 ਮੀਡੀਆ। 14 ਜੂਨ ਨੂੰ ਭਾਰਤ ਸਰਕਾਰ ਇੱਕ ਸਕੀਮ ਕੱਢਦੀ ਹੈ ਅਗਨੀਪਥ, ਜਿਹਦਾ ਦੇਸ਼ ਭਰ ਦੇ ਵਿੱਚ ਵਿਰੋਧ ਹੁੰਦਾ ਹੈ ਤੇ ਵਿਰੋਧ ਹੋਣ ਤੋਂ ਬਾਅਦ ਇਹ ਅੱਗ ਇੰਨੀ ਭਟਕਦੀ ਹੈ ਕਿ ਇਹ ਅੱਗ ਪੰਜਾਬ ਦੇ ਵਿੱਚ ਵੀ ਲੱਗਦੀ ਹੈ। ਪੰਜਾਬ ਦੇ ਵੀ ਕਈ ਥਾਵਾਂ ਤੇ ਜਿਹੜਾ ਕਿ ਦੰਗਾ ਫਸਾਦ ਦੀ ਸਥਿਤੀ ਬਣ ਜਾਂਦੀ ਹੈ। ਪੰਜਾਬ ਤੋਂ ਬਾਹਰ ਰੇਲਾਂ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪੁਲਿਸ ਦੀਆਂ ਗੱਡੀਆਂ ਤੋੜੀਆਂ ਜਾਂਦੀਆਂ ਨੇ। ਵੱਡੇ ਪੱਧਰ ਦੇ ਉੱਤੇ ਜਿਹੜਾ ਕਿ ਵਿਰੋਧ ਹੋ ਰਿਹਾ ਹੈ ਅਗਨੀਪਥ ਸਕੀਮ ਦਾ। ਕਿਉਂ ਇਸ ਸਕੀਮ ਦਾ ਵਿਰੋਧ ਹੋ ਰਿਹਾ, ਕੀ ਹੈ ਅਗਨੀਪਥ ਸਕੀਮ, ਇਹ ਸਾਰੀ ਦੇ ਬਾਰੇ ਪਹਿਲਾਂ ਗੱਲਬਾਤ ਕਰਾਂਗੇ, ਚਰਚਾ ਕਰਾਂਗੇ। ਉਸ ਤੋਂ ਬਾਅਦ ਇਹ ਅਗਨੀਪਥ ਦੇ ਉੱਤੇ ਟਿੱਪਣੀ ਕਰਦੇ ਹਾਂ, ਬਾਅਦ 'ਚ ਆਪਾਂ ਟਿੱਪਣੀ ਕਰਾਂਗੇ। ਪਹਿਲਾਂ ਇਹਦੇ ਬਾਰੇ ਗੱਲ ਸਾਂਝੀ ਕਰਦੇ ਕਿ ਅਗਨੀਪਥ ਕੀ ਹੈ। 14 ਜੂਨ ਨੂੰ ਭਾਰਤ ਸਰਕਾਰ ਅਗਨੀਪਥ ਨਾਂ ਦੀ ਇੱਕ ਸਕੀਮ ਕੱਢਦੀ ਹੈ, ਜਿਸ ਦਾ ਨਾਮ ਅਗਨੀਪਥ ਹੈ ਅਤੇ ਫੌਜ ਦੀ ਭਰਤੀ ਦੇ ਲਈ ਇਹ ਸਕੀਮ ਰੱਖੀ ਜਾਂਦੀ ਹੈ, ਜਿਸ ਦੇ ਅਨੁਸਾਰ 4 ਸਾਲਾਂ ਦੇ ਲਈ ਜਿਹੜੇ ਫੌਜ ਦੇ ਵਿੱਚ ਨੇ ਉਹ ਨੌਜਵਾਨ ਭਰਤੀ ਕੀਤੇ ਜਾਣਗੇ। ਤਾਂ 4 ਸਾਲਾਂ ਦੇ ਲਈ ਨੌਜਵਾਨ ਭਰਤੀ ਕੀਤੇ ਜਾਣਗੇ ਤੇ 4 ਸਾਲ ਤੋਂ ਬਾਅਦ ਜਿਹੜੇ 25% ਨੌਜਵਾਨ ਨੇ ਉਹਨਾਂ ਨੂੰ ਕੰਟੀਨਿਊਸ ਕਰਾਇਆ ਜਾਵੇਗਾ। ਉਹਨਾਂ ਦੀ ਨਵੀਂ ਲਿਸਟ ਬਣੇਗੀ, ਕੰਟੀਨਿਊਸ ਕਰਾਇਆ ਜਾਵੇਗਾ ਤੇ ਜਿਹੜੇ 75% ਬਚ ਗਏ ਉਹਨਾਂ ਨੂੰ 4 ਸਾਲਾਂ ਤੋਂ ਬਾਅਦ ਇੱਕ ਸਰਟੀਫਿਕੇਟ ਦੇ ਕੇ ਅਤੇ 11 ਲੱਖ ਰੁਪਇਆ ਦੇ ਕੇ ਵਿਦਾ ਕਰ ਦਿੱਤਾ ਜਾਊਗਾ। ਸੋ ਇਹ ਸਾਰੀ ਸਕੀਮ ਹੈ ਕਿ 4 ਸਾਲ ਵਾਸਤੇ ਸਕੀਮ ਹੈ। ਤਕਰੀਬਨ 17 ਤੋਂ 21 ਸਾਲ ਦੀ ਉਮਰ ਦੇ ਲਈ ਇਹ ਭਰਤੀ ਸੀ, ਪਰ ਕਰੋਨਾ ਕਾਲ ਦੇ ਕਰਕੇ ਜਿਹੜੇ 2 ਸਾਲ ਪਹਿਲਾਂ ਖਰਾਬ ਹੋ ਚੁੱਕੇ ਨੇ, ਭਰਤੀ ਨਹੀਂ ਆਈ, ਨੌਜਵਾਨਾਂ ਨੇ ਵਿਰੋਧ ਕੀਤਾ ਇਸ ਦਾ, ਤਾਂ ਭਾਰਤ ਸਰਕਾਰ ਨੇ ਉਹਨਾਂ ਦੀ ਇਹ ਗੱਲ ਵੀ ਮੰਨ ਲਈ। ਗੱਲ ਮੰਨਣ ਤੋਂ ਬਾਅਦ ਭਾਰਤ ਸਰਕਾਰ ਨੇ ਪਹਿਲੀ ਭਰਤੀ ਦੇ ਦੌਰਾਨ ਤਕਰੀਬਨ 23 ਸਾਲ ਹੈ ਜਿਹੜੀ 21 ਸਾਲ ਤੋਂ ਵਧਾ ਕੇ 23 ਸਾਲ ਤੱਕ ਦੀ ਉਮਰ ਕਰ ਦਿੱਤੀ ਹੈ। ਸੋ ਤੁਹਾਨੂੰ ਗੱਲ ਸਮਝ ਆ ਗਈ ਹੋਣੀ ਹੈ ਕਿ ਸਿਰਫ 4 ਸਾਲਾਂ ਦੀ ਭਰਤੀ ਹੈ, ਜਿਸ ਕਰਕੇ ਵਿਰੋਧ ਹੋ ਰਿਹਾ ਹੈ। ਹੁਣ ਇਸ ਦਾ ਵਿਰੋਧ ਹੋਣ ਦਾ ਜਿਹੜਾ ਕਾਰਨ ਹੈ, ਉਹ ਵੱਡਾ ਕਾਰਨ ਕੀ ਹੈ? ਪਹਿਲੀ ਗੱਲ ਤਾਂ ਇਹ ਜਿਹੜੀ ਭਰਤੀ ਹੈ ਇਹ ਨੌਨ ਕਮਿਸ਼ਨਲ ਭਰਤੀ ਹੈ, ਮਤਲਬ ਕਿ ਇਸ ਦੇ ਵਿੱਚ ਜਿਹੜਾ ਸਿਪਾਹੀ ਭਰਤੀ ਹੋ ਸਕਦਾ ਹੈ ਤੇ ਜਿਹੜਾ ਭਰਤੀ ਹੋਊਗਾ ਉਹ ਨਾਇਕ ਬਣ ਸਕਦਾ ਜਾਂ ਸਿਪਾਹੀ ਹੋਊਗਾ। ਪਰ ਦੂਜੇ ਪਾਸੇ ਜਿਹੜੇ ਕਮਿਸ਼ਨਲ ਕਹਿ ਲਈਏ ਆਪਾਂ ਕਿ ਸਰਵਿਸ ਕਮਿਸ਼ਨ ਦੇ ਅਕੋਰਡਿੰਗਲੀ ਭਰਤੀ ਹੁੰਦੇ ਨੇ, ਉਹ ਹੁੰਦੇ ਨੇ ਲੈਫਟੀਨੈਂਟ ਜਨਰਲ ਤੇ ਜਰਨਲ, ਇਸ ਤਰ੍ਹਾਂ ਦੇ ਵੱਡੇ ਰੈਂਕ। ਮਤਲਬ ਕਿ ਜਿਹੜੇ ਇਹ ਅਗਨੀਪਥ ਸਕੀਮ ਦੇ ਦੌਰਾਨ ਭਰਤੀ ਹੋਣਗੇ ਉਹਨਾਂ ਨੂੰ ਅਗਨੀਵੀਰ ਕਿਹਾ ਜਾਂਦਾ ਹੈ। ਤੇ ਅਗਨੀਵੀਰ ਨੇ ਉਹ ਜਿਹੜੇ ਕਿ ਸਰਵਿਸ ਕਮਿਸ਼ਨ ਦੇ ਅੰਡਰ ਨਹੀਂ ਆਉਣਗੇ, ਨਾ ਹੀ ਉਹਨਾਂ ਨੂੰ ਬਾਅਦ ਕੋਈ ਪੈਨਸ਼ਨ ਮਿਲੇਗੀ ਤੇ ਨਾ ਹੀ ਉਹਨਾਂ ਨੂੰ ਕੋਈ ਸਰਕਾਰੀ ਸੁਵਿਧਾ ਮਿਲੇਗੀ। ਉਹਨਾਂ ਨੂੰ ਕੇਵਲ ਇੱਕ ਸਰਟੀਫਿਕੇਟ ਤੇ 11 ਲੱਖ ਰੁਪਇਆ ਦੇ ਕੇ ਜਿਹੜਾ ਕਿ ਫੌਜ ਦੇ ਵਿੱਚੋਂ ਵਿਦਾ ਕਰ ਦਿੱਤਾ ਜਾਵੇਗਾ। ਤੇ ਇਸ ਦੇ ਨਾਲ ਨਾਲ ਕੀ ਹੈ ਕਿ ਉਹ 11 ਲੱਖ ਰੁਪਇਆ ਹੈ ਜਿਹੜਾ, ਉਹ ਵੀ ਉਹਨਾਂ ਦੀ ਜਿਹੜੀ ਤਨਖਾਹ ਹੋਊਗੀ, ਜਿਹੜੀ ਮੰਥਲੀ ਉਹਨਾਂ ਨੂੰ ਸੈਲਰੀ ਮਿਲੂਗੀ, ਮੰਥਲੀ ਸੈਲਰੀ ਦੇ ਵਿੱਚੋਂ 30% ਕੱਟ ਕੇ ਜਿਹੜਾ ਬਚੂਗਾ ਉਹ ਇਕੱਠਾ 11 ਲੱਖ ਰੁਪਇਆ ਹੋ ਜਾਊਗਾ, ਜਦੋਂ ਬਾਅਦ 'ਚ ਉਹ ਦਿੱਤਾ ਜਾਊਗਾ। ਸੋ ਹੁਣ ਜੇ ਆਪਾਂ ਇਹਨਾਂ ਦੀ ਸੈਲਰੀ ਦੀ ਗੱਲ ਕਰੀਏ ਤਾਂ ਸੈਲਰੀ ਇਹਨਾਂ ਦੀ ਹੋਊਗੀ ਤਕਰੀਬਨ ਪਹਿਲੇ ਸਾਲ 30,000 ਰੁਪਇਆ, ਅਗਲੇ ਸਾਲ 33,000 ਰੁਪਇਆ, ਉਸ ਤੋਂ ਤੀਜੇ ਸਾਲ ਜਿਹੜਾ ਕਿ 36,000 ਰੁਪਇਆ ਤੇ ਚੌਥੇ ਸਾਲ 40,000 ਰੁਪਇਆ ਜਿਹੜੀ ਸੈਲਰੀ ਹੈ ਉਹ ਦੇਣ ਦੀ ਗੱਲ ਆਖੀ ਹੈ ਭਾਰਤ ਸਰਕਾਰ ਨੇ। ਤਾਂ ਹੁਣ ਇਹ ਅਗਨੀਪਥ ਸਕੀਮ ਜਿਹੜੀ ਆਈ ਹੈ, ਇਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਇਸ ਦਾ ਵਿਰੋਧ ਹੋ ਰਿਹਾ ਹੈ। ਵਿਰੋਧ ਹੋਣ ਦਾ ਕਾਰਨ ਕੀ ਹੈ? ਪਹਿਲੀ ਗੱਲ ਕਿ ਨੌਜਵਾਨਾਂ ਦਾ ਕਹਿਣਾ ਹੈ ਕਿ ਅਸੀਂ 4 ਸਾਲ ਬਾਅਦ ਕਿੱਥੇ ਜਾਵਾਂਗੇ। ਮੋਟੀ ਜੀ ਗੱਲ ਹੈ, ਨੌਜਵਾਨਾਂ ਨੇ ਇਹੀ ਰੱਖੀ ਹੈ ਮੰਗ ਕਿ ਜੇਕਰ 4 ਸਾਲ ਦੇਖੋ ਸਾਡੇ ਜਵਾਨੀ ਦਾ ਟਾਈਮ ਹੋਗਾ, 4 ਸਾਲ ਬਾਅਦ ਅਸੀਂ ਕਿੱਥੇ ਜਾਵਾਂਗੇ। ਸਾਡੇ ਲਈ ਸਾਨੂੰ ਫੌਜ ਤੋਂ ਦੀ ਨੌਕਰੀ ਕਰਨ ਤੋਂ ਬਾਅਦ ਬੇਸ਼ੱਕ ਸਾਡੇ ਹੱਥ 'ਚ ਪੈਸੇ ਹੋਣਗੇ, 11 ਲੱਖ ਰੁਪਇਆ ਹੋਵੇਗਾ, ਠੀਕ ਹੈ, ਤੇ ਇੱਕ ਸਰਟੀਫਿਕੇਟ ਹੋਵੇਗਾ, ਪਰ ਕੀ +2 ਪੜ੍ਹੇ ਨੂੰ ਜਾਂ 10ਵੀਂ ਕੀਤੇ ਹੋਏ ਵਿਅਕਤੀ ਨੂੰ 4 ਸਾਲ ਬਾਅਦ ਕਾਲਜ ਦੇ ਵਿੱਚ ਐਡਮਿਸ਼ਨ ਲੈਣਾ ਸੰਭਵ ਹੋਊਗਾ? ਕੀ ਉਸ ਨੂੰ ਅੱਗੇ ਕਿਸੇ ਵਧੀਆ ਪਲੇਟਫਾਰਮ ਦੇ ਉੱਤੇ ਨੌਕਰੀ ਮਿਲ ਸਕਦੀ ਹੈ? ਇਸ ਚੀਜ਼ ਨੂੰ ਲੈ ਕੇ ਜਿਹੜੇ ਨੌਜਵਾਨ ਜਿਹੜੇ ਅਗਨੀਪਥ ਦੇ ਵਿੱਚ ਭਰਤੀ ਹੋਣ ਦੀ ਗੱਲ ਕਰ ਰਹੇ ਨੇ ਵੀ ਉਹ ਕਿਉਂ ਭਰਤੀ ਹੋਣ, ਉਹ ਕਹਿੰਦੇ ਵੀ 4 ਸਾਲਾਂ ਬਾਅਦ ਤਾਂ ਅਸੀਂ ਨਕਾਰਾ ਹੋ ਜਾਵਾਂਗੇ। ਗੱਲ ਵੀ ਸਹੀ ਹੈ, ਕਿਤੇ ਨਾ ਕਿਤੇ ਉਹਨਾਂ ਦੇ ਜਿਹੜਾ ਜਵਾਨੀ ਦਾ ਟਾਈਮ ਹੈ ਜਿਹੜਾ ਉਹ ਲੰਘਾਓ ਦੇਣਗੇ ਉਹ ਪੀਰੀਅਡ। ਕਹਿੰਦੇ ਵੀ ਜਾਂ ਤਾਂ ਫਿਰ ਸਾਨੂੰ ਕਿਸੇ ਕਾਲਜ ਦੀ ਡਿਗਰੀ ਬਰਾਬਰ, ਮਤਲਬ ਕਿ ਨਾ ਤਾਂ ਸਾਨੂੰ ਉਸ ਤਰ੍ਹਾਂ ਦੀ ਐਜੂਕੇਸ਼ਨ ਮਿਲੂਗੀ, ਕਿਉਂਕਿ ਜਿਹੜੇ 4 ਸਾਲ ਫੌਜ ਦੇ ਵਿੱਚ ਲਗਾਉਣਗੇ ਉਹਨਾਂ ਦੇ ਸਕਿੱਲਸ ਡਿਵੈਲਪ ਨਹੀਂ ਹੋਣਗੇ ਉਸ ਸਮੇਂ ਦੇ ਵਿੱਚ। ਕਿਤੇ ਨਾ ਕਿਤੇ ਇਹ ਵੀ ਘਾਟ ਹੈ। ਤੇ ਦੂਜੇ ਪਾਸੇ ਜਿਹੜੀਆਂ ਸਰਵਿਸਸ
ਦੂਜੇ ਫੌਜੀਆਂ ਨੂੰ ਆਮ ਨਾਰਮਲ ਭਰਤੀ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ, ਉਹ ਸਰਵਿਸਿਜ਼ ਵੀ ਜਿਹੜੀਆਂ ਕਿ ਅਗਨੀਵੀਰ ਨੂੰ ਨਹੀਂ ਦਿੱਤੀਆਂ ਜਾਣਗੀਆਂ। ਮਤਲਬ ਕਿ ਜਿਹੜੇ ਪੈਨਸ਼ਨ ਹੁੰਦੀ ਹੈ ਜਾਂ ਫਿਰ ਹੋਰ ਹਸਪੀਟਲ ਦੀਆਂ ਸੁਵਿਧਾਵਾਂ ਹੁੰਦੀਆਂ ਨੇ, ਐਜੂਕੇਸ਼ਨ ਦੀਆਂ ਸੁਵਿਧਾਵਾਂ, ਹੋਰ ਜਿਹੜੇ ਉਹਨਾਂ ਦੇ ਬੱਚਿਆਂ ਨੂੰ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਨੇ ਫੌਜੀਆਂ ਦਿਆਂ ਨੂੰ, ਉਹ ਕੁਛ ਵੀ ਆ ਜਿਹੜਾ ਅਗਨੀਵੀਰ ਨੂੰ ਅਜਿਹਾ ਕੁਛ ਨਹੀਂ ਮਿਲੂਗਾ। ਉਹਨੂੰ ਸਿਰਫ 4 ਸਾਲ ਦੇ ਵਾਸਤੇ ਫੌਜ ਦੇ ਵਿੱਚ ਰੱਖਿਆ ਜਾਊਗਾ ਤੇ ਤਨਖਾਹ ਦਾ ਮੈਂ ਕ੍ਰਾਈਟੇਰੀਆ ਤੁਹਾਡੇ ਨਾਲ ਸਾਂਝਾ ਕਰ ਹੀ ਚੁੱਕਿਆ ਕਿ ਇਸ ਤਰ੍ਹਾਂ ਤਨਖਾਹ ਮਿਲੂਗੀ, ਬਸ ਇਹੀ ਕੁਛ ਮਿਲੂਗਾ। ਤਾਂ ਹੁਣ ਗੱਲ ਆ ਕਿ ਵਿਰੋਧ ਇਹੀ ਤਾਂ ਹੀ ਕਰਕੇ ਕਰ ਰਹੇ ਨੇ ਭਾਈ 4 ਸਾਲ ਬਾਅਦ ਸਾਡੇ ਹੱਥ ਕੀ ਹੋਊਗਾ? ਕਿ ਉਹ 11 ਲੱਖ ਰੁਪਏ ਦੇ ਨਾਲ ਅਸੀਂ ਸਾਰੀ ਜ਼ਿੰਦਗੀ ਕੱਢ ਲਾਂਗੇ? ਕਿ ਉਹ 11 ਲੱਖ ਰੁਪਏ ਤੋਂ ਇੱਕ ਵਾਰੀ ਇਨਵੈਸਟ ਕਰਨ ਤੋਂ ਬਾਅਦ ਅਸੀਂ ਕਿੰਨਾ ਕੁ ਵੱਡਾ ਬਿਜ਼ਨਸ ਸ਼ੁਰੂ ਕਰ ਸਕਦੇ ਹਾਂ? ਅੱਜ ਦੇ ਸਮੇਂ 'ਚ 11 ਲੱਖ ਰੁਪਏ ਦੀ ਕੀਮਤ ਕੋਈ ਬਾਹਲੀ ਵੱਡੀ ਨਹੀਂ। ਜਿਸ ਹਿਸਾਬ ਨਾਲ ਮਹਿੰਗਾਈ ਵੱਧਦੀ ਜਾ ਰਹੀ ਹੈ, 4 ਸਾਲਾਂ ਬਾਅਦ ਕਿਸੇ ਨੂੰ 11 ਲੱਖ ਰੁਪਏ ਕਾਫੀ ਨਹੀਂ ਹੋਣਗੇ ਉਹ ਬਿਜ਼ਨਸ ਸ਼ੁਰੂ ਕਰਨ ਦੇ ਲਈ। ਤਾਂ ਇਸ ਚੀਜ਼ ਦੀ ਐਗਜ਼ਾਮਪਲ ਆਪਾਂ ਅੱਜ ਦੇ ਸਮੇਂ 'ਚ ਵੀ ਦੇਖ ਸਕਦੇ ਹਾਂ ਕਿ ਜਿਹੜੇ ਨੌਨ ਕਮਿਸ਼ਨਰ ਰੈਂਕ ਤੇ ਭਰਤੀ ਹੁੰਦੇ ਨੇ ਫੌਜੀ, ਜਿਵੇਂ ਕਿ ਆਪਾਂ ਕਹਿ ਲਈਏ +2 ਬੇਸ ਤੇ ਜਾਂ 10ਵੀਂ ਬੇਸ ਤੇ ਸ਼ੁਰੂ ਜਿਹੜੇ ਭਰਤੀ ਹੋਏ ਵੀ ਫੌਜੀ ਸੀ, ਉਹਨਾਂ ਦਾ ਆਪਾਂ ਦੇਖੀਏ ਕਿ ਉਹ ਅੱਜ ਜੇਕਰ 38 ਜਾਂ 40 ਸਾਲ ਦੀ ਉਮਰ ਦੇ ਵਿੱਚ ਕਿਤੇ ਰਿਟਾਇਰ ਹੁੰਦੇ ਨੇ ਤਾਂ ਉਹ ਨੌਕਰੀਆਂ ਕਿੱਥੇ ਕਰਦੇ ਨੇ? ਉਹ ਨੌਕਰੀਆਂ ਕਰਦੇ ਨੇ ਜਾਂ ਤਾਂ ਕਿਸੇ ਬੈਂਕ ਦੇ ਵਿੱਚ ਸਿਕਿਉਰਿਟੀ ਗਾਰਡ ਦੀ, ਜਾਂ ਫਿਰ ਕਿਸੇ ਵੀ ਅਦਾਰੇ ਦੇ ਵਿੱਚ ਉਹ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦੇ ਨੇ। ਇਸੇ ਤਰ੍ਹਾਂ ਦੀ ਨੌਕਰੀ ਜਾਂ ਬੈਂਕ ਦੇ ਵਿੱਚ ਜਾਂ ATM ਦੇ ਵਿੱਚ ਸਿਕਿਉਰਿਟੀ ਗਾਰਡ ਦੀ, ਅਜਿਹੀ ਹੀ ਨੌਕਰੀਆਂ ਨੇ ਜਿਹੜੀਆਂ ਉਹਨਾਂ ਨੂੰ ਮਿਲਦੀਆਂ ਨੇ। ਤੇ ਇਸ ਤੋਂ ਬਿਨਾਂ ਹੋਰ ਕੋਈ ਨੌਕਰੀ ਉਹ ਕਰ ਵੀ ਨਹੀਂ ਸਕਦੇ, ਕਿਉਂਕਿ ਨਾ ਤਾਂ ਉਹਨਾਂ ਦੀ ਕੁਆਲੀਫਿਕੇਸ਼ਨ ਹੈ ਜਿਹੜੀ ਉਸ ਲੈਵਲ ਦੀ ਹੁੰਦੀ ਕਿ ਉਹਨਾਂ ਨੂੰ ਕੋਈ ਵੱਡੀ ਨੌਕਰੀ ਦਿੱਤੀ ਜਾ ਸਕੇ, ਨਾ ਹੀ ਉਹਨਾਂ ਦੇ ਕੋਲੇ ਉਹ ਸਕਿੱਲਸ ਹੁੰਦੇ ਨੇ ਜਿਹੜੀਆਂ ਅੱਜ ਚਾਹੇ ਪ੍ਰਾਈਵੇਟ ਸੈਕਟਰ ਦੀ ਗੱਲ ਕਰ ਲਈਏ, ਪ੍ਰਾਈਵੇਟ ਸੈਕਟਰ ਦੇ ਵਿੱਚ ਚਾਹੀਦੇ ਨੇ। ਸੋ ਦੋਵਾਂ ਪੱਖਾਂ ਤੋਂ ਉਹਨਾਂ ਨੂੰ ਇਸ ਤਰ੍ਹਾਂ ਵਾਂਝੇ ਹੋਣ ਕਰਕੇ ਉਹਨਾਂ ਦਾ ਜਿਹੜਾ ਭਵਿੱਖ ਹੈ ਉਹ ਫਿਰ ਵੀ ਕਿਤੇ ਨਾ ਕਿਤੇ, ਆਪਾਂ ਜੇ ਨਾਰਮਲ ਫੌਜੀ ਦੀ ਗੱਲ ਕਰੀਏ, ਜਿਹੜੇ ਮੈਂ ਗੱਲ ਕਰ ਰਿਹਾ ਸੀ ਕਿ ਨੌਨ ਕਮਿਸ਼ਨਰ ਵਾਲੇ, ਉਹਨਾਂ ਨੂੰ ਤਾਂ ਫਿਰ ਵੀ ਪਿੱਛੋਂ ਪੈਨਸ਼ਨ ਮਿਲਦੀ ਰਹਿੰਦੀ ਆ, ਇਸ ਗੱਲ ਦਾ ਲਾਹਾ ਹੈਗਾ। ਪਰ ਜਿਹੜੇ ਅਗਨੀਵੀਰ ਨੇ ਉਹਨਾਂ ਨੂੰ ਪੈਨਸ਼ਨ ਵੀ ਨਹੀਂ ਦਿੱਤੀ ਜਾਣੀ। ਸੋ ਜਿਸ ਦਾ ਵਿਰੋਧ ਆ ਸਾਰੇ ਭਾਰਤ ਦੇ ਵਿੱਚ ਕੀਤਾ ਜਾ ਰਿਹਾ, ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਤੇ ਹੰਗਾਮਾ ਆ ਜਿਹੜਾ ਬਹੁਤ ਜ਼ਿਆਦਾ ਹੋ ਚੁੱਕਿਆ ਆ। ਅੱਜ ਪੂਰੇ ਭਾਰਤ ਦੇ ਵਿੱਚ ਆ ਜਿਹੜਾ ਕਿ ਭਾਰਤ ਬੰਦ ਦਾ ਸੱਦਾ ਵੀ ਦਿੱਤਾ ਗਿਆ। ਸੋ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ। ਹਾਈ ਅਲਰਟ ਜਾਰੀ ਕੀਤਾ ਹੋਇਆ ਪੰਜਾਬ ਦੇ ਵਿੱਚ ਤੇ ਥਾਂ ਥਾਂ ਤੇ ਸੁਰੱਖਿਆ ਬਲ ਖੜੇ ਨੇ ਤੇ ਜਿਹੜੇ ਫੌਜੀਆਂ ਦੀਆਂ ਸੈਨਿਕ ਜਿਹੜੀਆਂ ਟ੍ਰੇਨਿੰਗ ਸੈਂਟਰ ਨੇ ਉਹਨਾਂ ਦੇ, ਜਾਂ ਫਿਰ BJP ਦੇ ਜਿਹੜੇ ਆਗੂ ਨੇ ਉਹਨਾਂ ਦੇ ਟਿਕਾਣਿਆਂ ਦੇ ਉੱਤੇ, ਉਹਨਾਂ ਦੇ ਘਰਾਂ ਦੇ ਉੱਤੇ ਜਾਂ ਫਿਰ ਉਹਨਾਂ ਦੇ ਦਫ਼ਤਰਾਂ ਦੇ ਉੱਤੇ ਜਿਹੜੀ ਸੁਰੱਖਿਆ ਵਧਾ ਦਿੱਤੀ ਗਈ ਹੈ ਤਾਂ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਸੋ ਇਹ ਤਾਂ ਸਰਕਾਰ ਦਾ ਫਰਜ਼ ਬਣਦਾ ਹੈ। ਚਲੋ ਉਹ ਗੱਲ ਵੱਖਰੀ ਰਹੀ, ਪਰ ਗੱਲ ਹੁਣ ਕਿੱਥੇ ਹੈ ਕਿ ਇਹ ਜਿਹੜੀ ਸਕੀਮ ਹੈ ਇਸ ਦਾ ਵਿਰੋਧ ਵੀ ਤੁਹਾਨੂੰ ਦੱਸ ਚੁੱਕੇ ਹਾਂ ਅਸੀਂ ਕਿਉਂ ਹੋ ਰਿਹਾ। ਕਿ ਜਿਹੜੇ ਅਗਨੀਪਥ ਹੈ, ਅਗਨੀਪਥ ਦੇ ਵਿੱਚ ਜਿਹੜੇ ਵੀਰ ਹੋਣਗੇ, ਅਗਨੀਵੀਰ ਬੋਲਿਆ ਜਾਂਦਾ ਉਹਨਾਂ ਨੂੰ, ਜਿਹੜੇ ਮਤਲਬ ਕਿ ਭਰਤੀ ਹੋਣਗੇ, ਉਹ ਆਪਣੇ ਭਵਿੱਖ ਨੂੰ ਲੈ ਕੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਵੱਡੀ ਗੱਲ ਹੈ ਕਿ ਉਹ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਉਹਨਾਂ ਨੂੰ ਲੱਗਦਾ ਹੈ ਕਿ ਉਸ ਤੋਂ ਬਾਅਦ ਜਦੋਂ ਉਹ 4 ਸਾਲਾਂ ਬਾਅਦ ਹਟਣਗੇ ਤਾਂ ਉਹ ਸਰਟੀਫਿਕੇਟ ਹੈ ਜਿਹੜਾ ਕਿਸੇ ਕੰਮ ਵੀ ਆਊਗਾ। ਦੂਜੇ ਪਾਸੇ ਜਿਹੜੇ BJP ਦੇ ਨੇਤਾ ਨੇ ਕਈ ਰਾਜਾਂ ਦੇ ਵਿੱਚ, ਜਿੱਥੇ BJP ਦੀ ਸਰਕਾਰ ਹੈ, ਉਹ ਕਹਿੰਦੇ ਨੇ ਕਿ ਅਸੀਂ ਪਹਿਲ ਦੇ ਆਧਾਰ ਤੇ ਉਹਨਾਂ ਜਿਹੜੇ ਕਿ ਲੋਕਾਂ ਨੂੰ ਨੌਕਰੀ ਦੇਵਾਂਗੇ, ਉਹਨਾਂ ਅਗਨੀਵੀਰਾਂ ਨੂੰ ਨੌਕਰੀ ਦੇਵਾਂਗੇ ਜਿਹੜੇ ਕਿ ਫੌਜ ਦੇ ਵਿੱਚ ਅਗਨੀਪਥ ਯੋਜਨਾ ਦੇ ਦੌਰਾਨ ਭਰਤੀ ਹੋਣ ਤੋਂ ਬਾਅਦ 4 ਸਾਲ ਤੋਂ ਬਾਅਦ ਸਰਕਾਰੀ ਨੌਕਰੀ ਦੀ ਤਲਾਸ਼ ਕਰਨਗੇ ਤਾਂ ਅਸੀਂ ਉਹਨਾਂ ਨੂੰ ਨੌਕਰੀ ਦੇਵਾਂਗੇ। ਪਰ ਇਸ ਦੀ ਗਾਰੰਟੀ ਕੀ ਹੈ? ਕਿਉਂਕਿ 25% ਨੂੰ ਤਾਂ ਚਲੋ ਮੰਨਿਆ ਵੀ ਅੱਗੇ ਕੰਟੀਨਿਊ ਕਰਾਇਆ ਜਾਵੇਗਾ, ਪਰ ਜਿਹੜੇ 75% ਪਿੱਛੇ ਬਚ ਗਏ ਉਹ ਇਸ ਚੀਜ਼ ਦੀ ਗਾਰੰਟੀ ਮੰਗਦੇ ਨੇ। ਗਾਰੰਟੀ ਕੀ ਹੈ ਇਸ ਚੀਜ਼ ਦੀ? ਸਿਰਫ ਕਹਿ ਦੇਣ ਨਾਲ ਤਾਂ ਨਹੀਂ ਉਹਨਾਂ ਨੂੰ ਨੌਕਰੀ ਮਿਲ ਗਈ। 4 ਸਾਲਾਂ ਬਾਅਦ ਤਾਂ ਬਹੁਤ ਕੁਝ ਬਦਲ ਜਾਂਦਾ ਹੈ। 4 ਸਾਲਾਂ ਬਾਅਦ ਹੋ ਸਕਦਾ ਸਰਕਾਰ ਬਦਲੀ ਹੋਵੇ ਤੇ ਉੱਥੇ ਫਿਰ ਕਿਵੇਂ ਆਪਾਂ ਕਹਿ ਸਕਦੇ ਹਾਂ ਵੀ ਨੌਕਰੀ ਦੇ ਦੇਣਗੇ। ਸੋ ਅਗਨੀਵੀਰ ਯੋਜਨਾ ਦਾ, ਅਗਨੀਪਥ ਯੋਜਨਾ ਦਾ ਜਿਹੜਾ ਵਿਰੋਧ ਹੈ ਉਹਦਾ ਇਹੀ ਕਾਰਨ ਬਣ ਰਿਹਾ ਕਿ ਜਿਹੜਾ ਭਵਿੱਖ ਹੈ ਅਗਨੀਪਥ ਯੋਜਨਾ ਦੇ ਦੌਰਾਨ ਜਿਹੜੇ ਆਪਣੇ ਆਪ ਨੂੰ ਭਰਤੀ ਕਰਨ ਦੀ ਇੱਛਾ ਰੱਖਦੇ ਸੀ, ਫੌਜ ਦੇ ਵਿੱਚ ਜਾਣਾ ਚਾਹੁੰਦੇ ਸੀ, ਉਹ ਆਪਣੇ ਭਵਿੱਖ ਨੂੰ ਲੈ ਕੇ ਚਿੰਤਿਤ ਨੇ। ਅਮਰੀਕਾ ਦੇ ਵਿੱਚ ਵੀ ਇਸ ਤਰ੍ਹਾਂ ਦੀ ਇੱਕ, ਜੇ ਆਪਾਂ ਗੱਲ ਕਰੀਏ ਤਾਂ ਇੱਕ ਯੋਜਨਾ ਚੱਲਦੀ ਹੈ, ਮਤਲਬ ਕਿ ਅਮਰੀਕਾ ਦੇ ਵਿੱਚ ਵੀ ਇਸ ਤਰ੍ਹਾਂ ਦੀ ਸਕੀਮ ਦੇ ਅਧੀਨ ਜਿਹੜਾ ਲੋਕਾਂ ਨੂੰ ਭਰਤੀ ਕੀਤਾ ਜਾਂਦਾ ਫੌਜ ਦੇ ਵਿੱਚ, ਜਿਹੜਾ ਕਿ 4-5 ਸਾਲ ਦੇ ਲਈ ਭਰਤੀ ਕੀਤਾ ਜਾਂਦਾ, 4 ਸਾਲ ਦੇ ਲਈ ਭਰਤੀ ਕਰਕੇ ਤੇ ਉਸ ਤੋਂ ਬਾਅਦ ਅੱਜ ਜੇਕਰ ਗੱਲ ਕਰੀਏ ਅਮਰੀਕਾ ਦੀ ਸਥਿਤੀ ਦੇ, ਅਮਰੀਕਾ ਦੇ ਵਿੱਚ
ਜਿਹੜੇ ਹੋਮਲੈਸ ਲੋਕ ਨੇ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਬੇਘਰੇ ਲੋਕ ਨੇ, ਬੇਸਹਾਰਾ ਲੋਕ ਨੇ, ਤਾਂ ਅਮਰੀਕਾ ਦੇ ਵਿੱਚ ਜਿਹੜੇ ਹੋਮਲੈਸ ਲੋਕ ਨੇ ਉਹਨਾਂ ਦੇ ਵਿੱਚੋਂ 11% ਉਹ ਲੋਕ ਨੇ ਜਿਹੜੇ ਕਿ ਇਸ ਤਰ੍ਹਾਂ ਆਰਮੀ ਦੇ ਵਿੱਚ ਭਰਤੀ ਹੋਏ ਸੀ। ਕਿਉਂ? ਕਿਉਂਕਿ ਉਹਨਾਂ ਦੇ ਕੋਲੇ ਜਦੋਂ ਵੱਡੀ ਉਮਰ ਹੋ ਗਈ ਨਾ ਕੋਈ ਸਕਿੱਲ ਰਿਹਾ ਤੇ ਨਾ ਹੀ ਉਹਨਾਂ ਦੇ ਕੋਲੇ ਕੋਈ ਜਿਹੜਾ ਕਿ ਐਜੂਕੇਸ਼ਨ ਸੀ, ਇਸ ਕਰਕੇ ਉਹ ਵੱਡੀ ਉਮਰ 'ਚ ਹੋ ਕੇ ਕੁਛ ਵੀ ਕੰਮ ਕਰਨ ਜੋਗੇ ਨਹੀਂ ਰਹੇ ਤੇ ਐਂਡ ਦੇ ਵਿੱਚ ਉਹ ਹੋਮਲੈਸ ਹੋ ਗਏ। ਸੋ ਅਮਰੀਕਾ ਦੇ ਵਿੱਚ ਇੱਕ ਆਪਾਂ ਫੇਲੀਅਰ ਕਹਿ ਸਕਦੇ ਹਾਂ ਇਸ ਸਕੀਮ ਦਾ। ਇਸ ਚੀਜ਼ ਨੂੰ ਦੇਖਦੇ ਹੋਏ ਭਾਰਤ ਦੇ ਵਿੱਚ ਵੀ ਹੈ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇਹ ਜਿਹੜਾ ਅਗਨੀਪਥ ਸਕੀਮ ਹੈ, ਇਸ ਦੇ ਉੱਤੇ ਸਰਕਾਰ ਨੂੰ ਮੁੜ ਵਿਚਾਰ ਹੈ ਜਿਹੜਾ ਕਰਨਾ ਚਾਹੀਦਾ। ਮੁੜ ਵਿਚਾਰ ਇਸ ਲਈ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਵਿਰੋਧ ਹੈ ਉਸ ਨੂੰ ਲੈ ਕੇ ਵਿਰੋਧ ਦਾ ਕਾਰਨ ਹੈ ਜਿਹੜਾ ਭੜਕਦਾ ਜਾ ਰਿਹਾ, ਵਿਰੋਧ ਹੈ ਜਿਹੜਾ ਵੱਧਦਾ ਜਾ ਰਿਹਾ ਤੇ ਜਿਹੜੇ ਨੌਜਵਾਨ ਨੇ ਉਹ ਸੁਰੱਖਿਅਤ ਮਹਿਸੂਸ ਕਰ ਰਹੇ ਨੇ। ਹਾਲਾਂਕਿ ਅੱਜ ਜਿਹੜੀਆਂ ਕਿ ਭਾਰਤ ਦੀਆਂ ਤਿੰਨੋਂ ਹੀ ਸੈਨਾਵਾਂ ਨੇ ਉਹਨਾਂ ਦੀ ਪਿਛਲੇ ਐਤਵਾਰ ਬਿਆਨ ਆ ਚੁੱਕਿਆ ਹੈ ਕਿ ਇਹ ਜਿਹੜੀ ਸਕੀਮ ਹੈ ਇਹਨੂੰ ਵਾਪਸ ਨਹੀਂ ਲਿਆ ਜਾਵੇਗਾ। ਅਗਨੀਪਥ ਦੀ ਸਕੀਮ ਦੇ ਅਨੁਸਾਰ ਹੀ ਭਰਤੀ ਹੈ ਜਿਹੜੀ ਅੱਗੇ ਫੌਜ ਦੇ ਵਿੱਚ ਹੋਇਆ ਕਰੇਗੀ, ਇਸ ਨੂੰ ਵਾਪਸ ਨਹੀਂ ਲਿਆ ਜਾਵੇਗਾ। ਪਰ ਰਾਜਨੀਤਿਕ ਕਾਰਨਾਂ ਦੀ ਗੱਲ ਕਰੀਏ ਤਾਂ ਦੂਜੇ ਪਾਸੇ ਰਾਜਨੀਤਿਕ ਜਿਹੜੀਆਂ ਪਾਰਟੀਆਂ ਨੇ ਇਹ ਕਹਿ ਰਹੀਆਂ ਨੇ ਕਿ ਫੌਜ ਨੂੰ ਠੇਕੇ ਤੇ ਦੇਣਾ ਬੀਜੇਪੀ ਸਰਕਾਰ ਦਾ ਕੋਈ ਬਾਹਲਾ ਜਿਹੜਾ ਕਿ ਅਕਲਮੰਦੀ ਵਾਲਾ ਕੰਮ ਨਹੀਂ। ਬੀਜੇਪੀ ਸਰਕਾਰ ਹੈ ਜਿਹੜੀ ਉਹ ਹੁਣ ਭਾਰਤ ਨੂੰ ਵੇਚਣ ਤੇ ਲੱਗੀ ਹੈ ਤੇ ਫੌਜ ਨੂੰ ਵੀ ਇੱਕ ਦਿਨ ਵੇਚ ਹੀ ਰਹੀ ਹੈ, ਜਿਹੜੀ ਕਿ ਠੇਕੇ ਤੇ ਦੇ ਰਹੀ ਹੈ। ਅਗਨੀਪਥ ਸਕੀਮ ਦਾ ਸਰਕਾਰਾਂ ਵੱਲੋਂ ਵੀ ਵੱਖ-ਵੱਖ ਪਾਰਟੀਆਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ। ਹੁਣ ਗੱਲ ਹੈ ਕਿ ਅਗਨੀਪਥ ਸਕੀਮ ਨੂੰ ਲਿਆਂਦਾ ਕਿਉਂ ਗਿਆ? ਅਗਨੀਪਥ ਸਕੀਮ ਨੂੰ ਲਿਆਉਣ ਦਾ ਕਾਰਨ ਕੀ ਸੀ? ਕਾਰਨ ਇਹ ਹੈ ਕਿ ਅਗਨੀਪਥ ਸਕੀਮ ਨੂੰ ਲਿਆਉਣ ਦੇ ਪਿੱਛੇ ਜਿਹੜਾ ਭਾਰਤ ਸਰਕਾਰ ਨੇ ਕਾਰਨ ਦੱਸੇ ਨੇ, ਇੱਕ ਤਾਂ ਏਜ ਲਿਮਿਟ ਹੈ, ਜਿਹੜੀ ਏਜ ਫੈਕਟਰ ਨੂੰ ਬਰਾਬਰ ਕਰਨ ਦੇ ਲਈ। ਉਹ ਕਹਿੰਦੇ ਨੇ ਵੀ ਜੇਕਰ ਇਸ ਤਰ੍ਹਾਂ ਅਗਨੀਪਥ ਸਕੀਮ ਦੇ ਵਿੱਚ ਜਿਹੜੇ 17 ਸਾਲ ਦੇ ਨੌਜਵਾਨ ਤੇ 23-24 ਦੇ ਤੱਕ ਜਿਹੜੇ ਭਰਤੀ ਕਰਨ ਦੀ ਗੱਲ ਕੀਤੀ, 23 ਸਾਲ ਤੱਕ, ਵੈਸੇ ਤਾਂ 21 ਸਾਲ ਤੱਕ ਪਰ ਪਹਿਲੇ ਸਾਲ 23 ਤੱਕ ਕੀਤੀ ਹੈ, ਕਿ ਉਸ ਦੇ ਦੌਰਾਨ ਪਹਿਲੀ ਗੱਲ ਤਾਂ ਜਿਹੜੀ ਏਜ ਯੰਗ ਨੌਜਵਾਨ ਭਰਤੀ ਹੋਣਗੇ ਫੌਜ ਦੇ ਵਿੱਚ ਤਾਂ ਯੰਗ ਹੋਣਗੇ ਜਿਹੜੇ ਤਾਂ ਕਰਕੇ ਜਿਹੜੇ ਮਤਲਬ ਕਿ ਵੱਡੀ ਉਮਰ ਦੇ ਹੋ ਗਏ ਨੇ ਉਹਨਾਂ ਤੋਂ ਜ਼ਿਆਦਾ ਸਟਰੋਂਗ ਹੋਣਗੇ, ਉਹ ਤਰੀਕਾ ਹੋਊਗਾ। ਪਰ ਦੂਜੇ ਪਾਸੇ ਇਸ ਦਾ ਇੱਕ ਨੁਕਸਾਨ ਵੀ ਹੈ ਜੇਕਰ ਆਪਾਂ ਦੇਖੀਏ ਕਿ ਜਿਹੜੇ ਉਹ ਯੰਗ ਹੋਣਗੇ ਉਹਨਾਂ ਨੂੰ ਤਜਰਬਾ ਤੇ ਐਕਸਪੀਰੀਅੰਸ ਵੀ ਘੱਟ ਹੋਊਗਾ। ਸੋ ਇਸ ਚੀਜ਼ ਦਾ ਨੁਕਸਾਨ ਵੀ ਦੇਖਿਆ ਜਾ ਸਕਦਾ ਹੈ। ਤੇ ਦੂਜੇ ਪਾਸੇ ਉਹਨਾਂ ਸਭ ਤੋਂ ਵੱਡਾ ਜਿਹੜਾ ਕਿ ਰੀਜ਼ਨ ਦੱਸਿਆ ਸਰਕਾਰ ਨੇ ਕਿ ਅਗਨੀਪਥ ਸਕੀਮ ਲਿਆਉਣ ਦੇ ਪਿੱਛੇ ਕਾਰਨ ਇਹ ਵੀ ਹੈ ਕਿ ਜਿਹੜਾ ਬਜਟ ਹੈ ਉਹਨੂੰ ਬਚਾਇਆ ਜਾ ਸਕਦਾ। ਜਿਹੜੀ ਪੈਨਸ਼ਨ ਉਹਨਾਂ ਨੂੰ ਨਹੀਂ ਦੇਣੀ ਪਊਗੀ ਤਾਂ ਉਹ ਪੈਨਸ਼ਨ ਦਾ ਪੈਸਾ ਆ ਜਿਹੜਾ ਉਹ ਬਚਾਇਆ ਜਾ ਸਕਦਾ। ਸੋ ਇਹੋ ਜਿਹੇ ਕਾਰਨ ਕੁਛ ਜਿਹੜੇ ਪੇਸ਼ ਕੀਤੇ ਨੇ ਸਰਕਾਰ ਨੇ। ਹੁਣ ਆਪਾਂ ਗੱਲ ਕਰੀਏ ਇਹ ਸਭ ਦੇ ਉੱਤੇ ਕਿ ਟਿੱਪਣੀ ਕਰਦੇ ਆ ਇਹਦੇ ਉੱਤੇ। ਅਸਲ ਦੇ ਵਿੱਚ ਅਗਨੀਪਥ ਸਕੀਮ ਆਈ, ਤੁਸੀਂ ਸਾਰੇ ਸਮਝ ਚੁੱਕੇ ਹੋ ਕੀ ਸਕੀਮ ਹੈ, ਕਿਉਂ ਵਿਰੋਧ ਹੋ ਰਿਹਾ, ਭਾਰਤ ਭਰ ਦੇ ਵਿੱਚ ਵਿਰੋਧ ਹੋਇਆ। ਇਸ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਇੱਕ 3 ਖੇਤੀ ਕਾਨੂੰਨ ਹੈ ਜਿਹੜੇ ਭਾਰਤ ਸਰਕਾਰ ਵੱਲੋਂ ਲਿਆਂਦੇ ਗਏ ਸੀ, ਜਿਨ੍ਹਾਂ ਦਾ ਲਗਾਤਾਰ ਵਿਰੋਧ ਹੋਇਆ। ਤੇ ਇਹ ਕਾਨੂੰਨ ਸੀ ਜਿਹੜੇ ਇਹਨਾਂ ਦਾ ਵਿਰੋਧ ਹੋਣ ਤੋਂ ਬਾਅਦ ਕਿਸਾਨਾਂ ਨੇ ਮੋਰਚਾ ਲਾਇਆ, ਦਿੱਲੀ ਮੋਰਚੇ ਲੱਗੇ, ਪਹਿਲਾਂ ਵੱਖ-ਵੱਖ ਥਾਵਾਂ ਤੇ ਪੰਜਾਬ ਦੇ ਵਿੱਚ ਮੋਰਚੇ ਲੱਗੇ, ਫਿਰ ਦਿੱਲੀ ਮੋਰਚੇ ਲੱਗੇ ਤੇ ਫਿਰ ਵੱਖ-ਵੱਖ ਸੂਬਿਆਂ ਨੇ ਉਸ ਮੋਰਚੇ ਦਾ ਸਾਥ ਦਿੱਤਾ ਤੇ ਪੂਰੇ ਭਾਰਤ ਦਾ ਅੰਦੋਲਨ ਬਣ ਕੇ, ਕਿਸਾਨ ਅੰਦੋਲਨ ਬਣ ਕੇ ਆਖਰ ਦੇ ਵਿੱਚ ਕਿਸਾਨ ਉਹ ਅੰਦੋਲਨ ਜਿੱਤ ਗਏ। ਪਰ ਜਦੋਂ ਅੰਦੋਲਨ ਚੱਲਿਆ ਉਦੋਂ ਕੀ ਹੋਇਆ? ਬੀਜੇਪੀ ਦੇ ਕਿਸੇ ਵੀ ਨੇਤਾ ਨੇ ਇਸ ਗੱਲ ਦਾ ਮੌਕਾ ਨਹੀਂ ਛੱਡਿਆ ਕਿ ਇਹ ਤਾਂ ਅੱਤਵਾਦੀ ਨੇ ਜੀ, ਅੱਤਵਾਦੀਆਂ ਦਾ ਅੰਦੋਲਨ ਹੈ। ਜਿਹੜੇ ਕਿ ਮੋਦੀ ਦੇ ਗੋਦੀ ਮੀਡੀਆ ਦੇ ਚੈਨਲ ਸੀ ਉਹ ਸਾਰੇ ਅੱਤਵਾਦੀ ਅੰਦੋਲਨ ਹੈ ਜੀ, ਇਹ ਅੱਤਵਾਦੀਆਂ ਦਾ ਅੰਦੋਲਨ ਹੈ। ਇਹ ਤਾਂ ਜਿਹੜੀਆਂ ਸਰਕਾਰਾਂ, ਵਿਰੋਧੀ ਸਰਕਾਰਾਂ ਨੇ ਜਾਂ ਵਿਰੋਧੀ ਪਾਰਟੀਆਂ ਨੇ, ਉਹਨਾਂ ਨੇ ਅੰਦੋਲਨ ਖੜਾ ਕੀਤਾ ਹੈ। ਵੱਖ-ਵੱਖ ਤਰੀਕਿਆਂ ਨਾਲ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਕਿਸਾਨਾਂ ਨੂੰ ਅੱਤਵਾਦੀ ਤੱਕ ਕਿਹਾ। ਤੇ ਅੱਜ ਕਿਉਂਕਿ ਉਹ ਪੰਜਾਬ ਦੇ ਸੀ ਨਾ, ਪੰਜਾਬ ਤੋਂ ਅੰਦੋਲਨ ਉੱਠਿਆ ਸੀ। ਤੇ ਅੱਜ ਜੇ ਆਪਾਂ ਗੱਲ ਕਰੀਏ ਹੁਣ ਦੇਸ਼ ਭਰ ਦੇ ਵਿੱਚ ਅੰਦੋਲਨ ਹੋ ਰਿਹਾ ਹੈ, ਦੇਸ਼ ਭਰ ਦੇ ਵਿੱਚ ਅੱਗਾਂ ਲਗਾਈਆਂ ਜਾ ਰਹੀਆਂ ਨੇ, ਜਦਕਿ ਕਿਸਾਨਾਂ ਨੇ ਕਿਸੇ ਦੀ ਕੋਈ ਟ੍ਰੇਨ ਨੂੰ ਅੱਗ ਨਹੀਂ ਲਗਾਈ, ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਸੀ। ਕਿਸਾਨਾਂ ਦਾ ਜਿਹੜਾ ਅੰਦੋਲਨ ਸੀ ਸ਼ਾਂਤੀਪੂਰਵਕ ਅੰਦੋਲਨ ਸੀ। ਕਿਸਾਨਾਂ ਨੇ ਕਿਤੇ ਵੀ ਕਿਸੇ ਸਰਕਾਰੀ ਗੱਡੀਆਂ ਦਾ ਜਾਂ ਸਰਕਾਰੀ ਕਿਸੇ ਵੀ ਚੀਜ਼ ਦਾ ਨੁਕਸਾਨ ਨਹੀਂ ਕੀਤਾ ਸੀ। ਸਰਕਾਰਾਂ ਨੇ ਬੇਸ਼ੱਕ ਕਿਸਾਨਾਂ ਦਾ ਬਹੁਤ ਨੁਕਸਾਨ ਕਰਿਆ, ਪਰ ਦੂਜੇ ਪਾਸੇ ਅੱਗਾਂ ਵੀ ਲਗਾਈਆਂ ਜਾ ਰਹੀਆਂ ਨੇ ਅੱਜ, ਤੇ ਅੱਜ ਨੁਕਸਾਨ ਵੀ ਪੂਰੇ ਵੱਡੇ ਪੱਧਰ ਤੇ ਹੋ ਰਿਹਾ ਹੈ। ਹੁਣ ਕਿਉਂ ਨਹੀਂ ਕੋਈ ਬੀਜੇਪੀ ਦਾ ਨੇਤਾ ਅੱਤਵਾਦੀ ਕਹਿੰਦਾ ਬਈ? ਹੁਣ ਕਿਉਂ ਨਹੀਂ ਉਹਨਾਂ ਨੂੰ ਅੱਤਵਾਦੀ ਕਿਹਾ ਜਾਂਦਾ?
ਉਦੋਂ ਕਿਸਾਨਾਂ ਨੂੰ ਅੱਤਵਾਦੀ ਕਹਿਤਾ ਸੀ ਤੇ ਅੱਜ ਉਹਨਾਂ ਨੂੰ ਅੱਤਵਾਦੀ ਨਹੀਂ ਕਿਹਾ ਜਾ ਰਿਹਾ, ਜਦਕਿ ਉਹ ਇੰਨੇ ਵੱਡੇ ਪੱਧਰ ਤੇ ਨੁਕਸਾਨ ਵੀ ਕਰ ਰਹੇ ਨੇ। ਮੋਦੀ ਸਾਹਿਬ ਹੁਣ ਕਹੋ ਅੱਤਵਾਦੀ ਕੌਣ ਨੇ? ਤੁਸੀਂ ਕਿਸਾਨਾਂ ਨੂੰ ਅੱਤਵਾਦੀ ਕਹਿੰਦੇ ਸੀ ਤੇ ਜਿਹੜੇ ਹੁਣ ਨੁਕਸਾਨ ਹੋ ਰਿਹਾ ਉਹਨਾਂ ਨੂੰ ਤੁਸੀਂ ਕੀ ਕਹੋਗੇ? ਅਸੀਂ ਦੇਖੋ ਦੇਸ਼ ਦੇ ਜਵਾਨਾਂ ਦੇ ਲਈ ਫਿਕਰਮੰਦ ਆ, ਦੇਸ਼ ਦੇ ਜਵਾਨਾਂ ਦੇ ਨਾਲ ਖੜੇ ਆ, ਉਹਨਾਂ ਦਾ ਦਰਦ ਸਮਝ ਸਕਦੇ ਆ। ਪਰ ਗੱਲ ਸਰਕਾਰਾਂ ਦੀ ਹੈ ਕਿ ਜੇਕਰ ਉਸ ਟਾਈਮ ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਕਿਸਾਨਾਂ ਨੇ ਪ੍ਰੋਟੈਸਟ ਕੀਤਾ, ਉਹਨਾਂ ਨੂੰ ਤੁਸੀਂ ਅੱਤਵਾਦੀ ਕਹਿਤਾ। ਤੁਹਾਡੇ ਚੈਨਲ ਬਾਰ-ਬਾਰ ਅੱਤਵਾਦੀ ਕਹਿੰਦੇ ਸੀ। ਇੱਕ ਅਜਿਹਾ ਚੈਨਲ ਹੈ ਜਿਹਨੇ ਕਿਸਾਨ ਧਰਨੇ ਨੂੰ ਬਦਨਾਮ ਕਰਨ ਦੀ ਹਰ ਇੱਕ ਚਾਲ ਚੱਲੀ ਹੈ, ਕੋਈ ਰਸਤਾ ਨਹੀਂ ਛੱਡਿਆ। ਕਿਸਾਨ ਧਰਨੇ ਤੇ ਗੰਦੇ ਘਟੀਆ ਇਲਜ਼ਾਮ ਵੀ ਲਗਾਏ ਨੇ। ਉੱਥੇ ਨਸ਼ਾ ਚੱਲਦਾ ਜੀ, ਉੱਥੇ ਸੈਕਸ ਰੈਕਟ ਚੱਲਦਾ ਜੀ, ਉੱਥੇ ਅੱਤਵਾਦੀ ਨੇ ਜੀ, ਉੱਥੇ ਖਾਲਿਸਤਾਨ ਦੇ ਨਾਅਰੇ ਲੱਗਦੇ ਨੇ। ਅੱਜ ਜਿਹੜਾ ਕੁਝ ਹੋ ਰਿਹਾ, ਤੁਸੀਂ ਦੇਸ਼ ਦੇ ਵਿੱਚ ਅੱਗਾਂ ਵੀ ਲਗਾਈਆਂ ਜਾ ਰਹੀਆਂ ਨੇ, ਸਰਕਾਰੀ ਪ੍ਰਾਪਰਟੀ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਸਰਕਾਰੀ ਗੱਡੀਆਂ ਵੀ ਤੋੜੀਆਂ ਜਾ ਰਹੀਆਂ ਨੇ, ਪੁਲਿਸ ਦੀਆਂ ਗੱਡੀਆਂ ਤੱਕ ਦਾ ਨੁਕਸਾਨ ਹੋ ਰਿਹਾ, ਰੇਲਾਂ ਤੱਕ ਨੂੰ ਅੱਗਾਂ ਲਗਾਈਆਂ ਜਾ ਰਹੀਆਂ। ਅੱਜ ਉਹਨਾਂ ਬੰਦਿਆਂ ਨੂੰ ਅੱਤਵਾਦੀ ਕਿਉਂ ਨਹੀਂ ਕਹਿ ਰਹੇ ਬਈ? ਸੋ ਇਹ ਸਵਾਲ ਹੈ ਦੋਸਤੋ, ਕਿਉਂਕਿ ਪੰਜਾਬ ਦੇ ਹਮੇਸ਼ਾ ਹੀ ਪੰਜਾਬ ਜਦੋਂ ਆਵਾਜ਼ ਉਠਾਉਂਦਾ, ਪੰਜਾਬ ਨੂੰ ਤੁਸੀਂ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹੋ, ਤੇ ਜਦੋਂ ਹੋਰ ਕੋਈ ਬੰਦਾ ਤੁਹਾਡੇ ਧਰਮ ਨਾਲ ਸੰਬੰਧਿਤ ਹੁੰਦਾ ਤਾਂ ਉਸ ਨੂੰ ਤੁਸੀਂ ਕਹਿੰਦੇ ਹੋ ਵੀ ਚਲੋ ਇਹਦਾ ਹੱਕ ਬਣਦਾ। ਇਹੋ ਜਿਹੀਆਂ ਗੱਲਾਂ ਕਰਦੇ ਹੋ, ਇਹ ਗਲਤ ਹੈ ਤੇ ਸੋਚਣਾ ਚਾਹੀਦਾ ਸਰਕਾਰਾਂ ਨੂੰ। ਸੋ ਅਸੀਂ ਜਿਹੜੇ ਅਗਨੀ ਪਥ ਯੋਜਨਾ ਦਾ ਦੇਖੋ ਵਿਰੋਧ ਕਰ ਰਹੇ ਨੇ ਨੌਜਵਾਨ, ਅਸੀਂ ਉਹਨਾਂ ਨੂੰ ਆਪਣੀ ਥਾਂ ਤੇ ਸਹੀ ਮੰਨਦੇ ਹਾਂ, ਠੀਕ ਹੈ, ਉਹਨਾਂ ਦਾ ਹੱਕ ਬਣਦਾ ਵਿਰੋਧ ਕਰਨ ਦਾ, ਅਸੀਂ ਉਹਨਾਂ ਨੂੰ ਮਾੜੇ ਨਹੀਂ ਕਹਿੰਦੇ। ਪਰ ਸਰਕਾਰਾਂ ਦੀ ਭੂਮਿਕਾ ਕਿਹੋ ਜਿਹੀ ਰਹੀ ਹੈ ਉਸ ਅੰਦੋਲਨ ਦੇ ਵਿੱਚ ਤੇ ਇਸ ਅੰਦੋਲਨ ਦੇ ਵਿੱਚ, ਇਹ ਗੱਲ ਤੁਹਾਡੇ ਲਈ ਸਵਾਲ ਹੈ। ਤਾਂ ਤੁਸੀਂ ਕਮੈਂਟ ਬਾਕਸ 'ਚ ਆਪਣੀ ਰਾਏ ਦੇਣਾ ਨਾ ਭੁੱਲਿਓ। ਜੁੜੇ ਰਹੋ ਸ਼ਬਦਾਂ ਦੀ ਤਾਕਤ ਦਾ ਈਵਨ ਮੀਡੀਆ ਦੇ ਨਾਲ। ਸਤਿ ਸ਼੍ਰੀ ਅਕਾਲ।